ਅੱਜ ਸਿੱਖ ਜਗਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਇੱਕ ਬਿਆਨ ਦੇ ਉੱਤੇ ਬਹੁਤ ਜ਼ਿਆਦਾ ਰੋਸ ਪੈਦਾ ਹੋਇਆ ਹੈ ਅਤੇ ਜਿਹਦਾ ਵਿਰੋਧ ਵੀ ਜਤਾਇਆ ਜਾ ਰਿਹਾ ਹੈ। ਜੋ ਉਹਨਾਂ ਨੇ ਸ਼ਬਦ ਕਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਗੋਬਿੰਦ ਰਾਮਾਇਣ ਕਰਕੇ ਇੱਕ ਜੋ ਕਾਵ ਰਚਨਾ ਹੈ ਉਹ ਲਿਖੀ ਹੈ। ਇਹਦਾ ਸੱਚ ਕੀ ਹੈ? ਤੇ ਇਹਦਾ ਸੱਚ ਇਹ ਹੈ ਵੀ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਰਚਨਾ ਲਿਖੀ ਹੈ ਜਿਹਦੇ ਵਿੱਚ ਉਹਨਾਂ ਨੇ ਰਾਮਚੰਦਰ ਜੀ ਦੇ ਸੰਪੂਰਨ ਜੀਵਨ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਰਾਮਾਵਤਾਰ ਕਰਕੇ ਦਸਮ ਬਾਣੀ ਦੇ ਵਿੱਚ ਅੰਕਿਤ ਕੀਤਾ ਹੋਇਆ ਹੈ, ਲਿਖਿਆ ਹੋਇਆ ਹੈ। ਬਹੁਤ ਸਾਰੇ ਸਿੱਖ ਵਿਦਵਾਨ ਅਤੇ ਬਹੁਤ ਸਾਰੀ ਸਿੱਖ ਸੰਗਤ ਇਸ ਨੂੰ ਸਿੱਖੀ ਦੇ ਉੱਤੇ ਇੱਕ ਹਮਲੇ ਦੇ ਰੂਪ ਵਿੱਚ ਦੇਖ ਰਹੀ ਹੈ ਵੀ ਇਹ ਬਿਆਨ ਸਿੱਖੀ ਦੇ ਵਿੱਚ ਕੀਤਾ ਹੋਇਆ ਇੱਕ ਹਮਲਾ ਹੈ, ਸਿੱਖਾਂ ਦੇ ਉੱਤੇ ਕੀਤਾ ਹੋਇਆ ਇੱਕ ਹਮਲਾ ਹੈ। ਪਰ ਮੈਂ ਸਮਝਦਾ ਹਾਂ ਵੀ ਇਸ ਦਾ ਇੱਕ ਦੂਸਰਾ ਪੱਖ ਵੀ ਹੈ। ਇਹ ਬਿਆਨ ਕਿਤੇ ਨਾ ਕਿਤੇ ਸਿੱਖ ਕੌਮ, ਸਿੱਖ ਪੰਥ ਦੇ ਪੱਖ ਵਿੱਚ ਜਾਂਦਾ ਹੈ। ਸਾਨੂੰ ਉਸ ਪੱਖ ਨੂੰ ਵੀ ਦੇਖਣ ਦੀ, ਵਿਚਾਰਨ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਜਿੰਨਾ ਗਿਆਨ ਬਖਸ਼ਿਸ਼ ਕੀਤਾ ਹੈ, ਜਿੰਨੀ ਵਿਦਵਤਾ ਬਖਸ਼ਿਸ਼ ਕੀਤੀ ਹੈ, ਅਗਰ ਸਾਖਿਆਤ ਬ੍ਰਹਮਾ ਵੀ ਸਾਹਮਣੇ ਆ ਜਾਏ ਤੇ ਇੱਕ ਸਿੱਖ ਦੇ ਨਾਲ ਵਿਚਾਰ ਚਰਚਾ ਕਰੇ ਤੇ ਮੈਂ ਸਮਝਦਾ ਹਾਂ ਵੀ ਇੱਕ ਸਿੱਖ ਨੂੰ ਵੀ ਉਹ ਹਰਾ ਨਹੀਂ ਸਕਦਾ, ਜਾਂ ਇੱਕ ਸਿੱਖ ਨੂੰ ਵੀ ਉਹਦੇ ਤੋਂ ਹਾਰ ਮੰਨਣ ਦੀ ਲੋੜ ਨਹੀਂ ਹੋਵੇਗੀ ਅਗਰ ਉਹ ਸਿੱਖ ਗੁਰੂ ਨਾਨਕ ਸਾਹਿਬ ਜੀ, ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਗਿਆਨ, ਵਿਦਵਤਾ, ਸਿੱਖਿਆ ਤੋਂ ਜਾਣੂ ਹੈ, ਉਸ ਨੂੰ ਸਮਝਦਾ ਹੈ ਤੇ ਇੱਕ ਬ੍ਰਹਮਾ ਵੀ ਉਸ ਨੂੰ ਹਰਾ ਨਹੀਂ ਸਕਦਾ। ਸਿੱਖ ਦੀ ਸਿੱਖੀ ਇੰਨੀ ਕਮਜ਼ੋਰ ਨਹੀਂ ਹੋਣੀ ਚਾਹੀਦੀ ਕਿ ਇੱਕ 8ਵੀਂ ਫੇਲ ਵਿਅਕਤੀ ਸਿੱਖੀ ਦੇ ਬਾਰੇ, ਸਿੱਖੀ ਸਿਧਾਂਤ ਦੇ ਬਾਰੇ ਕੋਈ ਗੱਲ ਕਰੇ ਤੇ ਸਿੱਖ ਉਹਦੇ ਤੋਂ ਘਬਰਾ ਜਾਏ, ਡਰ ਜਾਏ। ਪ੍ਰਧਾਨ ਮੰਤਰੀ ਜੀ ਨੇ ਤਾਂ ਖੁਦ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਉਹ ਬਹੁਤ ਪੜ੍ਹੇ ਲਿਖੇ ਨਹੀਂ ਹਨ ਤੇ ਸ਼ਾਇਦ 8ਵੀਂ ਦੇ ਵੀ ਪੇਪਰ ਉਹਨਾਂ ਨੇ ਨਹੀਂ ਦਿੱਤੇ, ਸੋ 7ਵੀਂ ਤੱਕ ਹੀ ਉਹਨਾਂ ਨੇ ਜਿਹੜੀ ਵਿਦਵਤਾ ਹੈ ਉਹ ਹਾਸਲ ਕੀਤੀ ਹੈ। ਸੋ ਮੈਂ ਸਮਝਦਾ ਹਾਂ ਵੀ ਸਿਰਫ ਰਾਮਾਵਤਾਰ ਜਾਂ ਗੋਬਿੰਦ ਰਾਮਾਇਣ ਹੀ ਨਹੀਂ, ਜਿਸ ਨੂੰ ਮੋਦੀ ਜੀ ਨੇ ਗੋਬਿੰਦ ਰਾਮਾਇਣ ਕਿਹਾ ਹੈ ਰਾਮਾਵਤਾਰ ਨੂੰ, ਅਗਰ 24 ਅਵਤਾਰਾਂ ਦੀ ਕਥਾ ਜਿਹੜੀ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ, ਅਗਰ ਇੱਕ ਸਨਾਤਨੀ ਹਿੰਦੂ ਵੀਰ ਪੜ੍ਹ ਲਵੇ ਤਾਂ ਉਹਦਾ ਸਿੱਖੀ ਵੱਲ ਨੂੰ, ਗੁਰਮਤ ਦਾ ਜੋ ਰਸਤਾ ਹੈ ਉਹ ਅੱਧਾ ਤੈਅ ਹੋ ਜਾਵੇਗਾ। ਉਸ ਨੂੰ ਪਤਾ ਲੱਗ ਜਾਵੇਗਾ ਕਿ ਪਰਮੇਸ਼ਵਰ ਨੇ ਕੀ ਡਿਊਟੀਆਂ, ਕੀ ਸੇਵਾਵਾਂ ਲਾ ਕੇ ਇਹਨਾਂ ਅਵਤਾਰਾਂ ਨੂੰ ਸੰਸਾਰ 'ਤੇ ਭੇਜਣਾ ਕੀਤਾ ਤੇ ਕਿਹੜੀਆਂ ਸੇਵਾਵਾਂ, ਕਿਹੜੇ ਕਰਮ ਕਰਕੇ ਇਹ ਆਪਣੇ ਕਾਰਜ ਅਧੂਰੇ ਛੱਡ ਕੇ ਸੰਸਾਰ ਤੋਂ ਕੂਚ ਕਰ ਗਏ। ਸੋ ਇਹਨਾਂ ਦੀਆਂ ਜਿਹੜੀਆਂ ਇੱਕ ਲਿਮਿਟੇਸ਼ਨਸ ਹਨ, ਸੀਮਾਵਾਂ ਹਨ, ਜੋ ਇਹਨਾਂ ਦੇ ਉੱਤੇ ਅਕਾਲ ਪੁਰਖ ਦਾ ਹੁਕਮ ਲਾਗੂ ਹੁੰਦਾ ਹੈ, ਜੋ ਇਹ ਬ੍ਰਹਮਾ, ਵਿਸ਼ਨੂੰ, ਮਹੇਸ਼ ਤਿੰਨੇ ਪਰਮਾਤਮਾ ਦੇ ਹੁਕਮ ਦੇ ਵਿੱਚ ਬਾਰ-ਬਾਰ ਸੰਸਾਰ 'ਤੇ ਵਰਤਦੇ ਹਨ, ਉਹ ਸਾਰਾ ਗਿਆਨ ਸਾਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਸੋ ਸਿੱਖ ਸਮਾਜ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਸਿੱਖੀ ਦਾ ਬੂਟਾ ਇੰਨਾ ਕਮਜ਼ੋਰ ਨਹੀਂ ਹੈ ਜੋ ਉਸ ਨੂੰ ਕੋਈ ਵੀ ਕਰਮਕਾਂਡ, ਵਹਿਮ ਭਰਮ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵਿਚਾਰਧਾਰਾ ਜਿਹੜੀ ਸਿੱਖ ਵਿਰੋਧੀ ਹੈ ਉਹ ਮਰੋੜ ਸਕਦੀ ਹੈ, ਤੋੜ ਸਕਦੀ ਹੈ ਜਾਂ ਮੇਟ ਸਕਦੀ ਹੈ। ਸਿੱਖੀ ਦਾ ਬੂਟਾ ਅਕਾਲ ਪੁਰਖ ਪਰਮੇਸ਼ਵਰ ਨੇ ਆਪ ਲਾਇਆ ਹੈ, ਖਾਲਸਾ ਅਕਾਲ ਪੁਰਖ ਦੀ ਫੌਜ ਹੈ। ਸੋ ਇਸ ਕਰਕੇ ਸਿੱਖੀ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ, ਕੌਮ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ, ਪੰਥ ਨੂੰ ਕੋਈ ਖਤਰਾ ਨਹੀਂ ਹੈ। ਹਾਂ, ਖਤਰਾ ਉਹਨਾਂ ਨੂੰ ਜ਼ਰੂਰ ਹੈ ਜਿਹੜੇ ਕੱਚੇ ਹਨ, ਜਿਹੜੇ ਪਿੱਲੇ ਹਨ, ਜਿਹੜੇ ਕਮਜ਼ੋਰ ਹਨ, ਜਿਹੜੇ ਗੁਰੂ ਆਸ਼ੈ, ਗੁਰੂ ਸਿਧਾਂਤ ਤੋਂ ਜਾਣੂ ਨਹੀਂ ਹਨ। ਹੋਣਾ ਤੇ ਇਹ ਚਾਹੀਦਾ ਸੀ ਕਿ ਸਾਡੇ ਸਾਰੇ ਸਿੱਖ ਵਿਦਵਾਨ ਇਸ ਬਿਆਨ ਤੋਂ ਬਾਅਦ ਇਹ ਗੱਲ ਕਹਿੰਦੇ ਕਿ ਆਓ ਸਾਰੇ ਸਨਾਤਨੀ ਹਿੰਦੂ ਵੀਰ ਉਹ ਰਾਮਾਇਣ, ਉਹ ਰਾਮਾਵਤਾਰ ਪੜ੍ਹੋ 24 ਅਵਤਾਰ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖੇ ਹਨ, ਬਖਸ਼ਿਸ਼ ਕੀਤੇ ਹਨ, ਸਾਨੂੰ ਦਿੱਤੇ ਹਨ, ਗਿਆਨ ਬਖਸ਼ਿਸ਼ ਕੀਤਾ ਹੈ, ਜਿਹਦੇ ਕਰਕੇ ਸਤਿਗੁਰੂ ਜੀ ਨੂੰ ਬਾਣੀ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇਹ ਗੱਲ ਕਹਿਣੀ ਪਈ ਕਿ ਰੋਵਹਿ ਰਾਮ ਨਿਕਾਲਾ ਭਇਆ, ਸੀਤਾ ਲਖਮਨ ਵਿਛੜ ਗਿਆ। ਕਿਉਂ ਰਾਮਚੰਦਰ ਡੋਲ ਗਏ, ਕਿਉਂ ਕਮਜ਼ੋਰ ਪੈ ਗਏ, ਕਿਉਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਰੋਵਹਿ ਦਹਿ ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਵਾਏ। ਕਿਉਂ ਸਤਿਗੁਰ ਜੀ ਨੂੰ ਕਹਿਣਾ ਪਿਆ ਕਿ ਰੋਵਹਿ ਪਾਂਡਵ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ। ਵਕਤ ਦੇ ਅਵਤਾਰੀ ਪੁਰਸ਼
ਕਿਉਂ ਡੋਲ ਗਏ, ਕਿਉਂ ਕਮਜ਼ੋਰ ਪੈ ਗਏ, ਕੀ ਕਾਰਨ ਰਹੇ ਜਦੋਂ ਕਿ ਇੱਕ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਦਿੱਤੇ ਹੋਏ ਉਪਦੇਸ਼ ਦਾ ਸਦਕਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਿੱਤੇ ਹੋਏ ਉਪਦੇਸ਼ ਦਾ ਸਦਕਾ ਆਰੀਆਂ ਦੇ ਥੱਲੇ ਵੀ ਚੀਰੇ ਗਏ, ਚਰਖੜੀਆਂ ਦੇ ਉੱਤੇ ਚੜ ਗਏ, ਉਬਲਦੀਆਂ ਦੇਗਾਂ ਦੇ ਵਿੱਚ ਬੈਠ ਗਏ, ਬੰਦ-ਬੰਦ ਕੱਟੇ ਗਏ, ਪੁੱਠੀਆਂ ਖੱਲਾਂ ਲਹਾ ਦਿੱਤੀਆਂ, ਪਰ ਉਹਨਾਂ ਨੇ ਮੁਖੋਂ ਸੀ ਨਹੀਂ ਉਚਾਰਿਆ। ਉਹ ਕੀ ਤਾਕਤ ਹੈ, ਉਹ ਕੀ ਬਰਕਤ ਹੈ, ਉਹ ਕਿਹੜੀ ਸ਼ਕਤੀ ਹੈ ਜਿਹੜੀ ਆਮ ਇਨਸਾਨ ਨੂੰ ਵੀ ਸ਼ੇਰ ਬਣਾ ਦਿੰਦੀ ਹੈ, ਜਿਹੜੀ ਆਮ ਇਨਸਾਨ ਨੂੰ ਵੀ, ਜਿਹੜੇ ਕਹਿੰਦੇ ਸਨ ਨਾ ਕਿ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੱਡੇ ਤੇ ਮੈਂ ਡਰ ਜਾਊਂ, ਤੁਰਕਨ ਸਿਉ ਕੈਸੇ ਲੜ ਪਾਊਂ, ਉਹ ਸਧਾਰਨ ਸ਼ੂਦਰ ਕਿਸ ਪ੍ਰਕਾਰ ਸ਼ਸਤਰਧਾਰੀ ਹੋ ਕੇ ਤੇ 40-40 10-10 ਲੱਖ ਦੇ ਸਾਹਮਣੇ ਹਿੱਕਾਂ ਡਾ ਕੇ ਖੜੇ ਹੋ ਗਏ। ਸੋ ਮੈਂ ਸਮਝਦਾ ਹਾਂ ਵੀ ਪ੍ਰਧਾਨ ਮੰਤਰੀ ਜੀ ਦਾ ਇਹ ਬਿਆਨ ਸਿੱਖ ਕੌਮ ਦੇ ਵਾਸਤੇ ਖਤਰਾ ਨਹੀਂ ਹੈ, ਇਹ ਖਤਰਾ ਹੈ ਉਸ ਬ੍ਰਾਹਮਣੀ ਸੋਚ ਦੇ, ਫਿਰਕਾ ਪ੍ਰਸਤੀ ਸੋਚ ਦੇ ਵਾਸਤੇ, ਜਿਹੜੀ ਫਿਰਕਾ ਪ੍ਰਸਤ ਸੋਚ ਜਿਸ ਨੂੰ ਭਗਤ ਸਾਹਿਬਾਨ ਨੇ ਕਿਹਾ ਕਿ ਬ੍ਰਾਹਮਣ ਗੁਰੂ ਹੈ ਜਗਤ ਕਾ, ਜਿਹੜਾ ਬ੍ਰਾਹਮਣ ਜਗਤ ਦਾ ਗੁਰੂ ਬਣਿਆ ਬੈਠਾ, ਅਵਤਾਰੀ ਪੁਰਖਾਂ ਨੂੰ ਵੀ, ਵਕਤ ਦੇ ਅਵਤਾਰੀ ਪੁਰਸ਼ਾਂ ਨੂੰ ਵੀ ਕੰਟਰੋਲ ਕਰ ਰਿਹਾ ਸੀ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਥੱਲੇ ਲਾ ਕੇ ਤੇ ਸ਼ੂਦਰ ਤੇ ਨਿਮਾਣਿਆਂ ਨੂੰ ਮਾਣ ਬਖਸ਼ਿਆ ਹੈ। ਉਸ ਬ੍ਰਾਹਮਣੀ ਫਿਰਕਾ ਪ੍ਰਸਤ ਸੋਚ ਨੂੰ ਖਤਰਾ ਹੈ। ਸੋ ਸਾਨੂੰ ਇਸ ਨੂੰ ਇੱਕ ਸਕਾਰਾਤਮਕ ਬਿਆਨ ਦੇ ਵਜੋਂ ਲੈ ਕਰਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਤੇ ਸਾਡੇ ਜਿਹੜੇ ਧਾਰਮਿਕ ਗ੍ਰੰਥ ਹਨ ਉਹਨਾਂ ਦੇ ਪ੍ਰਚਾਰ ਪ੍ਰਸਾਰ 'ਤੇ ਕੰਮ ਕਰਨ ਦੀ ਲੋੜ ਹੈ। ਅਸੀਂ ਇਸ ਨੂੰ ਸਹੀ ਦਿਸ਼ਾ ਵਿੱਚ ਲੈ ਸਕਦੇ ਹਾਂ। ਮੈਂ ਸਮਝਦਾ ਹਾਂ ਵੀ ਇਹ ਜੋ ਬਿਆਨ ਹੈ ਬੜੇ ਸਹੀ ਮੌਕੇ 'ਤੇ ਆਇਆ ਹੈ। ਜੇ ਅੱਜ ਪ੍ਰਧਾਨ ਮੰਤਰੀ ਇਸ ਗੱਲ ਨੂੰ ਕਹਿ ਰਹੇ ਹਨ ਤੇ ਲਾਗੂ ਹੋ ਜਾਂਦੀ ਹੈ ਤੇ ਸਿੱਖੀ ਜਗਤ ਦਾ, ਸਿੱਖੀ ਫਲਸਫੇ ਦਾ ਤੇ ਸਿੱਖ ਸਮਾਜ ਦਾ ਬਹੁਤ ਵੱਡਾ ਇੱਕ ਪ੍ਰਚਾਰ ਤੇ ਪ੍ਰਸਾਰ ਹੋਵੇਗਾ। ਸਾਨੂੰ ਇਸ ਨੂੰ ਸਹੀ ਦਿਸ਼ਾ ਦੇਣ ਦੀ ਜ਼ਰੂਰਤ ਹੈ। ਇੱਥੇ ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਹਮਲੇ ਜ਼ਰੂਰੀ ਨਹੀਂ ਹੈ ਕਿ ਕੋਈ ਬਾਹਰੀ ਹੀ ਕਰਦਾ ਹੋਵੇ ਜਾਂ ਬਾਹਰ ਹੀ ਸਾਡੇ ਦੁਸ਼ਮਣ ਵਿਰੋਧੀ ਬੈਠੇ ਹੋਣ। ਬਹੁਤ ਸਾਰੇ ਐਸੇ ਵੀ ਹਨ ਜੋ ਸਿੱਖੀ ਬਾਣੇ ਦੇ ਵਿੱਚ, ਸਿੱਖੀ ਸਵਰੂਪ ਦੇ ਵਿੱਚ, ਸਿੱਖੀ ਅਹੁਦਿਆਂ ਦੇ ਉੱਤੇ ਬੈਠੇ ਹੋਏ ਵੀ ਜੋ ਸਿੱਖੀ ਪ੍ਰਚਾਰ ਪ੍ਰਸਾਰ ਨੂੰ ਬਰਦਾਸ਼ਤ ਨਹੀਂ ਕਰਦੇ, ਜੋ ਚਾਹੁੰਦੇ ਹਨ ਕਿ ਸਿੱਖੀ ਦਾ ਪ੍ਰਚਾਰ ਪ੍ਰਸਾਰ ਨਾ ਹੋਵੇ। ਸੋ ਉਹਨਾਂ ਦੇ ਵਾਸਤੇ ਵੀ ਇਹ ਜਿਹੜਾ ਬਿਆਨ ਹੈ ਉਹ ਗਲਤ ਹੋ ਸਕਦਾ ਹੈ ਜਾਂ ਉਹਨਾਂ ਨੂੰ ਮਾਫਕ ਨਾ ਆਉਂਦਾ ਹੋ।